ਸੋ ਗਾਇਸ ਵੀਡੀਓ ਦੀ ਸਟਾਰਟਿੰਗ ਤੇ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਵਾਂ ਕਿ ਆ ਮੇਰੇ ਇੱਕ ਸਟੂਡੈਂਟ ਦਾ ਰਿਜ਼ਲਟ ਆ ਜਿਹਦੇ ਕਿ ਰਾਈਟਿੰਗ ਦੇ ਵਿੱਚ 5.5 ਸੀਗੇ ਪਹਿਲਾਂ ਤੇ ਉਹਨੇ ਜਸਟ 25 ਡੇਜ਼ ਦੇ ਵਿੱਚ ਜਿਹੜੀ ਆਪਾਂ ਤਰੀਕਾ ਦੱਸਿਆ ਸੀ ਉਸ ਤਰੀਕੇ ਨਾਲ ਯੂਜ਼ ਕੀਤਾ ਤੇ 25 ਡੇਜ਼ ਬਾਅਦ ਉਹਨੇ ਫਿਰ ਐਗਜ਼ਾਮ ਦਿੱਤਾ ਤੇ ਉਹਦੇ ਰਾਈਟਿੰਗ ਦੇ ਵਿੱਚ 7 ਬੈਂਡਸ ਆਏ। ਉਹਨੇ ਕੀ ਚੀਜ਼ ਯੂਜ਼ ਕੀਤੀ ਸੀ ਟਾਸਕ 1 ਦੇ ਵਿੱਚ, ਟਾਸਕ 2 ਦੇ ਵਿੱਚ, ਉਹ ਅੱਜ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸੂਗਾ। ਐਕਚੁਅਲੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਉਹਨੇ ਟਾਸਕ 1 ਦੇ ਵਿੱਚ ਉਹਨੂੰ ਕਿਹੜਾ ਟਾਈਪ ਆਇਆ ਸੀ। ਐਕਚੁਅਲੀ ਉਹਨੂੰ ਮੈਪ ਆਇਆ ਸੀ, ਜਿਸ ਤਰੀਕੇ ਨਾਲ ਮੈਂ ਮੈਪ ਉਹਨੂੰ ਦੱਸਿਆ ਉਹਨੇ ਉਸੇ ਹੀ ਤਰੀਕੇ ਨਾਲ ਕੀਤਾ, ਜਿਹਦੇ ਕਾਰਨ ਉਹਦੇ 3 ਬੈਂਡ ਹੁੰਦੇ ਨਾ ਰਾਈਟਿੰਗ 'ਚੋਂ, ਉਹਦੇ 'ਚੋਂ ਮੇਰੇ ਅਕੋਰਡਿੰਗ 3 ਚੋਂ 3 ਵੀ ਆ ਸਕਦੇ ਆ, ਪਰ ਉਹਦੇ 2.5 ਤਾਂ ਕਿਤੇ ਨਹੀਂ ਗਏ, ਜਿਸ ਕਾਰਨ ਉਹਨੂੰ ਇੱਕ ਬੂਸਟ ਮਿਲਿਆ, ਉਹਦੇ ਰਾਈਟਿੰਗ 'ਚ 7 ਬੈਂਡ ਹੋ ਗਏ। ਤੇ ਟਾਸਕ 2 ਆ ਜਿਹੜਾ ਉਹ ਵੀ ਮੈਂ ਤੁਹਾਨੂੰ ਦੱਸੂਗਾ, ਪਰ ਉਹ ਦੱਸੂਗਾ ਵੀਡੀਓ ਦੇ ਲਾਸਟ ਦੇ ਵਿੱਚ। ਅੱਜ ਆਪਾਂ ਡਿਸਕਸ ਕਰਾਂਗੇ ਉਹਨੂੰ ਕਿਹੜਾ ਮੈਪ ਆਇਆ ਸੀ ਤੇ ਉਹਨੇ ਕਿਸ ਤਰੀਕੇ ਨਾਲ ਹੈਂਡਲ ਕੀਤਾ, ਕਿਸ ਤਰੀਕੇ ਨਾਲ ਲਿਖਿਆ, ਜਿਹਦੇ ਨਾਲ ਉਹਦੇ ਰਾਈਟਿੰਗ ਦੇ ਸਕੋਰ 7 ਤੱਕ ਪਹੁੰਚ ਗਿਆ। ਠੀਕ ਆ, ਚਲੋ ਪਹਿਲਾਂ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਉਹਨੂੰ ਮੈਪ ਕਿਹੜਾ ਆਇਆ ਸੀ। ਠੀਕ ਹੈ ਜੀ, ਦੇਖੋ ਗਾਇਜ਼ ਉਹਨੂੰ ਮੈਪ ਆਹ ਵਾਲਾ ਆਇਆ ਸੀ। ਇਹ ਇੱਕ ਮੈਪ ਆ ਜਿਹੜਾ ਰਹਿਮਤ ਵਿਲੇਜ ਵਾਲਾ। ਆਪਾਂ ਇਹਨੂੰ ਡਿਟੇਲ ਦੇ ਵਿੱਚ ਅੱਜ ਦੇਖਦੇ ਹਾਂ ਮੈਂ ਕਿਵੇਂ ਲਿਖਿਆ ਉਹਨੇ ਤੇ ਕਿਵੇਂ ਮੈਂ ਉਹਨੂੰ ਦੱਸਿਆ ਸੀ। ਦੇਖੋ ਹੁਣ ਆਪਣਾ ਮੈਪ ਆ ਵੀ ਦ ਮੈਪ below shows the development of village ਰਹਿਮਤ, ਇਹ ਉਹਦਾ ਨਾਮ ਆ ਰਹਿਮਤ, between 1995 ਐਂਡ ਪ੍ਰੈਜ਼ੈਂਟ, ਮਤਲਬ 1995 ਦੇ ਵਿੱਚ ਜੋ ਉਹਦੀ ਇਨਫਰਾਸਟਰਕਚਰ ਸੀ ਤੇ ਪ੍ਰੈਜ਼ੈਂਟ ਦੇ ਵਿੱਚ ਜੋ ਉਹਦਾ ਇਨਫਰਾਸਟਰਕਚਰ ਸੀ, ਉਹਦੇ ਵਿੱਚ ਜਿਹੜੇ ਡਿਫਰੈਂਸ ਹੋਣਗੇ ਉਹ ਆਪਾਂ ਮੈਪ ਦੇ ਵਿੱਚ ਡਿਟੇਲ ਦੇ ਵਿੱਚ ਲਿਖਣੇ ਆ। ਸਾਰਿਆਂ ਨਾਲ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਵੀ ਕੀ ਉਹਦੇ ਵਿੱਚ ਡਿਫਰੈਂਸ ਆਏ। ਸਾਰਿਆਂ ਨਾਲ ਪਹਿਲਾਂ ਜਿਹੜੀ ਮੇਨ ਗੱਲ ਹੁੰਦੀ ਆ ਮੈਪ ਨੂੰ ਐਨਾਲਾਈਜ਼ ਕਰਨਾ। ਕਦੇ ਵੀ ਡਾਇਰੈਕਟ ਲਿਖਣ ਨਾ ਲੱਗ ਜਿਆ ਕਰੋ। ਕੋਈ ਗੱਲ ਨਹੀਂ, ਜੇ ਤੁਸੀਂ 5 ਮਿੰਟ ਉਹਦੀ ਪਲੈਨਿੰਗ ਤੇ ਲਾਉਂਦੇ ਹੋ ਉਹਦਾ ਤੁਹਾਨੂੰ ਬੈਨੀਫਿਟ ਹੀ ਹੋਊਗਾ, ਕੋਈ ਉਹਦਾ ਘਾਟਾ ਨਹੀਂ ਗਾ। ਠੀਕ ਆ, ਹੁਣ ਆਪਾਂ ਦੇਖਦੇ ਹਾਂ, ਸਾਰਿਆਂ ਨਾਲ ਪਹਿਲਾਂ ਦੇਖਦੇ ਹਾਂ ਵੀ ਇੱਥੇ ਫਾਰਮਲੈਂਡ ਸੀ ਹੈ ਨਾ, ਫਾਰਮਲੈਂਡ ਦੀ ਥਾਂ ਤੇ ਕੀ ਬਣ ਗਿਆ, ਇੱਕ ਗੋਲਫ ਸਟੇਡੀਅਮ। ਠੀਕ ਆ, ਫੋਰੈਸਟ ਪਾਰਕ ਦੀ ਥਾਂ ਤੇ ਕੀ ਬਣ ਗਿਆ, ਇੱਕ ਟੈਨਿਸ। ਠੀਕ ਆ, ਇੱਥੇ ਹੋਟਲ ਸੀ, ਹੋਟਲ ਦੇ ਨਾਲ ਇੱਥੇ ਕੁਛ ਨਹੀਂ ਸੀ ਤੇ ਇੱਧਰ ਪ੍ਰੈਜ਼ੈਂਟ ਡੇ ਦੇ ਵਿੱਚ ਕੀ ਲੱਗ ਗਈ, ਇੱਕ ਕਾਰ ਪਾਰਕ। ਕੈਫੇ ਉੱਥੇ ਦਾ ਉੱਥੇ ਹੀ ਆ। ਓਕੇ, ਇੱਥੇ ਦੇਖਿਆ ਜਾਵੇ ਤਾਂ ਥੋੜ੍ਹੇ ਜਿਹੇ ਘਰ ਹੋਰ ਨਵੇਂ ਬਣ ਗਏ ਹੈ ਨਾ ਪ੍ਰੈਜ਼ੈਂਟ ਦੇ ਵਿੱਚ। ਹੋਰ ਕੀ ਹੋਇਆ, ਆ ਸ਼ੋਪਸ ਸੀਗੀਆਂ, ਇੱਥੇ ਸ਼ੋਪਸ ਦੀ ਥਾਂ ਤੇ ਕੀ ਬਣ ਗਿਆ, ਰੈਸਟੋਰੈਂਟ। ਠੀਕ ਆ, ਫਿਸ਼ ਮਾਰਕੀਟ ਸੀਗੀ, ਫਿਸ਼ ਪੋਰਟ ਸੀਗਾ, ਉਹ ਸਾਰਾ ਹੀ ਖਤਮ ਹੋ ਗਿਆ ਤੇ ਉਹਦੀ ਥਾਂ ਤੇ ਅਪਾਰਟਮੈਂਟਸ ਬਣ ਗਏ। ਓਕੇ, ਹੁਣ ਆਪਾਂ ਮੋਟਾ ਅੰਦਾਜ਼ਾ ਲਾ ਲਿਆ ਵੀ ਕਿਹੜੀ ਚੀਜ਼ ਬਦਲ ਗਈ ਆ ਤੇ ਕਿਹੜੀ ਚੀਜ਼ ਦੀ ਥਾਂ ਤੇ ਕਿਹੜੀ ਚੀਜ਼ ਹੋਰ ਬਣੀ ਹੈ ਨਵੀਂ। ਠੀਕ ਆ, ਹੁਣ ਇਹਦੇ ਵਿੱਚ ਮੇਨ ਗੱਲ ਕੀ ਹੁੰਦੀ, 2 ਚੀਜ਼ਾਂ ਹੁੰਦੀਆਂ। ਇੱਕ ਤਾਂ ਹੁੰਦੀ ਆ ਡਾਇਰੈਕਸ਼ਨ। ਦੇਖੋ ਆਹ ਡਾਇਰੈਕਸ਼ਨ ਆਪਾਂ ਨੂੰ ਦਿੱਤੀ ਹੋਈ ਨਾ, ਇੱਕ ਤਾਂ ਆਪਾਂ ਲਿਖਣਾ ਇਹਦੇ ਅਕੋਰਡਿੰਗ ਲਿਖਣਾ ਹੁੰਦਾ। ਓਕੇ, ਦੂਸਰੀ ਗੱਲ ਹੁੰਦੀ ਆ ਵੀ ਇਹਦੇ ਵਿੱਚ ਵਰਡਸ ਯੂਜ਼ ਹੁੰਦੇ ਆ ਵੀ ਇੱਕ ਥਾਂ ਤੋਂ ਦੂਸਰੀ ਥਾਂ, ਮਤਲਬ ਇੱਕ ਪਹਿਲਾਂ ਕੋਈ ਚੀਜ਼ ਸੀ ਉਹਦੀ ਥਾਂ ਤੇ ਕੋਈ ਹੋਰ ਬਣ ਗਈ, ਉਹਨੂੰ ਆਪਾਂ ਕਿਹੜੇ ਵਰਡ ਨਾਲ ਲਿਖਣਾ। ਜੇ ਕੋਈ ਚੀਜ਼ ਦਾ ਸਾਈਜ਼ ਵੱਡਾ ਹੋ ਗਿਆ ਉਹਨੂੰ ਕਿਹੜੇ ਵਰਡ ਨਾਲ ਲਿਖਣਾ। ਜੇ ਕੋਈ ਚੀਜ਼ ਨਵੀਂ ਬਣੀ ਆ ਉਹਨੂੰ ਕਿਹੜੇ ਨਾਲ ਲਿਖਣਾ। ਜੇ ਕੋਈ ਚੀਜ਼ ਜਮਾਂ ਹੀ ਉੱਥੋਂ ਸਾਫ਼ ਹੋ ਗਈ ਵੀ ਮਤਲਬ ਖਤਮ ਕਰਤੀ, ਉਹਨੂੰ ਕਿਹੜੀ ਵਰਡਿੰਗ ਨਾਲ ਲਿਖਣਾ। ਠੀਕ ਆ, ਸਾਰਿਆਂ ਨਾਲ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਡਾਇਰੈਕਸ਼ਨਸ ਬਾਰੇ ਦੱਸਣਾ ਚਾਹੂੰਗਾ ਵੀ ਡਾਇਰੈਕਸ਼ਨਸ ਕਿਵੇਂ ਆਪਣੇ ਯੂਜ਼ ਕਰਨੀਆਂ ਚਾਹੀਦੀਆਂ, ਸਹੀ ਤਰੀਕਾ ਕੀ ਆ ਡਾਇਰੈਕਸ਼ਨਸ ਨੂੰ ਯੂਜ਼ ਕਰਨ ਦਾ। ਠੀਕ ਆ, ਦੇਖੋ ਆ ਆਪਣਾ ਨੌਰਥ ਹੁੰਦਾ। ਠੀਕ ਆ, ਇੱਕ ਵੇਟ ਅ ਮਿਨਟ, ਆਪਾਂ ਇਹਦੇ ਅਕੋਰਡਿੰਗ ਲਾਉਂਦੇ ਹਾਂ ਨੌਰਥ ਸਾਊਥ ਵੈਸਟ ਈਸਟ। ਠੀਕ ਆ, north, this is south, this is west, this is east। ਠੀਕ ਆ, ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਡਾਇਰੈਕਸ਼ਨ। ਹੁਣ ਆਹ ਓਬਵੀਅਸ ਜੀ ਗੱਲ ਆ ਨੌਰਥ ਈਸਟ ਆ, ਆ ਵੈਸਟ ਨੌਰਥ ਆ, this is south west and this is south east। ਠੀਕ ਆ, ਹੁਣ ਦੱਸਾਂ ਕੀ ਗੱਲ ਹੁੰਦੀ ਹੈ, ਸਟੂਡੈਂਟਸ ਆ ਨਿੱਕੀ ਜਿਹੀ ਮਿਸਟੇਕ ਕਰਦੇ ਆ ਜਿਹਦੇ ਕਰਕੇ ਉਹਨਾਂ ਦੇ ਬੈਂਡ ਥੋੜ੍ਹੇ ਜਿਹੇ ਘੱਟ ਜਾਂਦੇ ਆ। ਉਹ ਮਿਸਟੇਕ ਕੀ ਆ, ਦੇਖੋ ਜਦੋਂ ਆਪਾਂ ਇੱਕ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਲਿਖਣੀ ਆ ਨਾ, ਮੰਨ ਲਓ ਕੋਈ ਚੀਜ਼ ਨੌਰਥ ਦੇ ਵਿੱਚ ਆ, ਤੁਸੀਂ ਉਹਨੂੰ ਲਿਖਿਆ ਕਰੋ, ਮੰਨ ਲਓ ਇੱਕ ਕਾਰ ਪਾਰਕਿੰਗ ਆ ਉਹ ਨੌਰਥ ਦੇ ਵਿੱਚ ਆ, ਤੁਸੀਂ ਲਿਖਿਆ ਕਰੋ ਕਾਰ ਪਾਰਕਿੰਗ ਇਜ਼ ਲੋਕੇਟਡ ਟੂ ਦਾ ਸਾਊਥ ਜਾਂ ਟੂ ਦਾ ਨੌਰਥ। ਟੂ ਦਾ ਲਿਖਣਾ ਵਾ ਇਨ ਦਾ। ਸੋ ਜਦੋਂ ਕਿਸੇ 2 ਡਾਇਰੈਕਸ਼ਨਸ ਦੇ ਵਿੱਚ ਕੋਈ ਚੀਜ਼ ਆ ਜੇ, ਮੰਨ ਲਓ ਇੱਥੇ ਆਪਣੇ ਇੱਕ ਮਿਊਜ਼ੀਅਮ ਆ ਗਿਆ
ਜੇ ਇੱਥੇ ਕੋਈ ਮਿਊਜ਼ੀਅਮ ਆ 2 ਡਾਇਰੈਕਸ਼ਨਸ ਦੇ ਵਿੱਚ, ਫਿਰ ਆਪਾਂ ਉੱਥੇ ਯੂਜ਼ ਕਰਾਂਗੇ ਆਪਣਾ ਇਨ ਦਾ। ਓਕੇ, ਗੱਲ ਦੀ ਸਮਝ ਲੱਗੀ। ਜੇ ਤਾਂ ਕੋਈ ਸੇ ਪਾਰਟੀਕੂਲਰ ਡਾਇਰੈਕਸ਼ਨ 'ਚ ਆ, ਫਿਰ ਆਪਾਂ ਲਿਖਾਂਗੇ ਟੂ ਦਾ ਸਾਊਥ, ਟੂ ਦਾ ਨੌਰਥ, ਟੂ ਦਾ ਵੈਸਟ, ਟੂ ਦਾ ਈਸਟ। ਜੇ 2 ਡਾਇਰੈਕਸ਼ਨਸ ਦੇ ਵਿੱਚ ਕੋਈ ਚੀਜ਼ ਆ, ਫਿਰ ਲਿਖਾਂਗੇ ਇਨ ਦਾ ਸਾਊਥ ਵੈਸਟ, ਇਨ ਦਾ ਨੌਰਥ ਵੈਸਟ, ਇਨ ਦਾ ਸਾਊਥ ਈਸਟ ਜਾਂ ਇਨ ਦਾ ਵੈਸਟ ਨੌਰਥ। ਬਸ ਤੁਸੀਂ ਇਹ ਚੀਜ਼ ਨੂੰ ਧਿਆਨ ਰੱਖਣਾ, ਇੰਨੇ ਹੀ ਤੁਹਾਡੇ ਬੈਂਡ ਇੰਪਰੂਵ ਕਰਨੇ ਆ। ਠੀਕ ਆ। ਦੂਸਰੀ ਗੱਲ ਆ ਗਈ ਵੀ ਵੋਕੈਬ ਕਿਹੜੀ ਯੂਜ਼ ਕਰਨੀ ਆ ਆਪਣੇ ਮੈਪ ਦੇ ਵਿੱਚ। ਦੇਖੋ ਉਹ ਵੀ ਥੋੜ੍ਹੇ ਜਿਹੇ ਵਰਡਸ ਆ, ਤੁਹਾਨੂੰ ਯਾਦ ਕਰਨ ਦੀ ਲੋੜ ਪਊਗੀ। ਠੀਕ ਆ। ਹੁਣ ਜ਼ਿਆਦਾਤਰ ਮੈਪ ਦੇ ਵਿੱਚ ਬਿਲਡਿੰਗਸ ਆਉਂਦੀਆਂ। ਅੱਜ ਜਿਹੜਾ ਮੈਪ ਆ ਉਹ ਬਿਲਡਿੰਗਸ ਦਾ ਮੈਪ ਆ। ਉਹਦੇ ਅਕੋਰਡਿੰਗ ਜੇ ਮੈਂ ਤੁਹਾਨੂੰ ਦੱਸਾਂ ਵੀ ਤੁਸੀਂ ਕਿਹੜੇ ਵਰਡ ਯੂਜ਼ ਕਰਨੇ ਆ, ਅਤੇ ਆਹ ਵਰਡ ਤੁਸੀਂ ਯਾਦ ਕਰ ਲਓ, ਨੋਟ ਕਰ ਲਓ, ਜਿੱਥੇ ਵੀ ਤੁਸੀਂ ਲਿਖਣੇ ਆ ਉੱਥੇ ਲਿਖ ਸਕਦੇ ਹੋ। ਓਕੇ, ਦੇਖੋ ਜੇ ਤਾਂ ਗੱਲ ਆਵੇ ਜਦੋਂ ਬਿਲਡਿੰਗ ਆ ਕਿਸੇ ਵੀ ਤਰ੍ਹਾਂ ਦੀ, ਜਿਵੇਂ ਕਿ ਆਪਣੇ ਇੱਥੇ ਵੀ ਹੋਊਗੀ, ਵੀ ਜੇ ਤਾਂ ਉਹਨੂੰ ਦਿੱਤਾ ਉਹਨਾਂ ਨੇ ਤੋੜ, ਮਤਲਬ ਉੱਥੋਂ ਤੋੜਤਾ ਉਹਨਾਂ ਨੇ, ਫਿਰ ਤੁਸੀਂ ਯੂਜ਼ ਕਰਨਾ ਜਾਂ ਤਾਂ ਨੋਕ ਡਾਊਨ, ਡੈਮੋਲਿਸ਼ ਜਾਂ ਐਲੀਮੀਨੇਟ। ਓਕੇ, ਇਹ 3 ਵਰਡ ਤੁਸੀਂ ਯੂਜ਼ ਕਰ ਸਕਦੇ ਹੋ ਅਲੱਗ ਅਲੱਗ, ਮਤਲਬ ਰਿਪੀਟ ਨਾ ਹੋਵੇ ਤਾਂ ਕਰਕੇ 3 ਦੱਸੇ ਆ। ਠੀਕ ਆ। ਜੇ ਮੰਨ ਲਓ ਇੱਕ ਥਾਂ 'ਤੇ ਪਹਿਲਾਂ ਮੰਨ ਲਓ ਮਿਊਜ਼ੀਅਮ ਸੀ, ਉਹਦੀ ਥਾਂ 'ਤੇ ਉਹਨਾਂ ਨੇ ਉਹਨੂੰ ਢਾਤਾ ਅਤੇ ਪ੍ਰੈਜ਼ੈਂਟ ਦੇ ਵਿੱਚ ਬਣਾਤੀ ਉੱਥੇ ਮਾਰਕੀਟ, ਫਿਰ ਤੁਸੀਂ ਲਿਖਣਾ ਵੀ ਮਿਊਜ਼ੀਅਮ ਨੂੰ ਰਿਪਲੇਸਡ ਕਰਤਾ ਮਾਰਕੀਟ ਨਾਲ, ਜਾਂ ਮਿਊਜ਼ੀਅਮ ਨੂੰ ਕਨਵਰਟ ਕਰਤਾ ਮਾਰਕੀਟ ਨਾਲ। ਓਕੇ, ਰਿਪਲੇਸ ਅਤੇ ਕਨਵਰਟ। ਜੇ ਉਹਨਾਂ ਨੇ ਕੋਈ ਨਵੀਂ ਚੀਜ਼ ਬਣਾਈ ਆ, ਪਹਿਲਾਂ ਕੁਛ ਵੀ ਨਹੀਂ ਸੀ, ਫਿਰ ਉਹਨਾਂ ਨੇ ਨਵੀਂ ਚੀਜ਼ ਬਣਾਈ ਹੈ, ਫਿਰ ਤੁਸੀਂ ਇਹ ਸਿੰਪਲ ਆਹ ਵਰਡ ਯੂਜ਼ ਕਰਨੇ ਆ ਵੀ ਕੰਸਟਰਕਟ ਕੀਤਾ ਉਹਨਾਂ ਨੇ ਮਿਊਜ਼ੀਅਮ, ਬਿਲਡ ਕੀਤਾ ਜਾਂ ਫਿਰ ਇੰਟਰੋਡਿਊਸ ਕੀਤਾ ਮਿਊਜ਼ੀਅਮ। ਠੀਕ ਆ। ਜੇ ਉਹਨਾਂ ਨੇ ਇੱਕ ਚੀਜ਼ ਨੂੰ ਦੁਬਾਰਾ ਬਣਾਇਆ, ਠੀਕ ਆ, ਮੰਨ ਲਓ ਉਹਦਾ ਮਤਲਬ ਉਹਦੀ ਉਹਨਾਂ ਨੇ ਰੰਗ ਕੀਤਾ ਜਾਂ ਉਹਦਾ ਕਿਸੇ ਤਰ੍ਹਾਂ ਦੀ ਉਹਨਾਂ ਨੇ ਇੱਕ ਤਰ੍ਹਾਂ ਦਾ ਕੁਛ ਕੀਤਾ ਉਹਨੂੰ, ਠੀਕ ਆ, ਦੁਬਾਰਾ ਬਣਾਇਆ ਉਹਨਾਂ ਨੇ ਉਹਨੂੰ ਲਿਖਣਾ ਤੁਸੀਂ ਰੀਕਨਸਟਰਕਟ। ਓਕੇ, ਜੇ ਤੁਸੀਂ ਇੱਕ ਥਾਂ 'ਤੇ ਮੰਨ ਲਓ ਪਹਿਲਾਂ ਕਾਰ ਪਾਰਕ ਸੀ, ਪਹਿਲਾਂ ਛੋਟੀ ਸੀ, ਉਹਨਾਂ ਨੇ ਵੱਡੀ ਕੀਤੀ, ਫਿਰ ਤੁਸੀਂ ਕਰਨਾ ਉਹਨੂੰ ਲਿਖਣਾ ਐਕਸਪੈਂਡ ਕਰਤੀ ਜਾਂ ਐਕਸਟੈਂਡ ਕਰਤੀ। ਓਕੇ, ਜੇ ਕਾਰ ਪਾਰਕ ਨੌਰਥ ਦੇ ਵਿੱਚ ਸੀ ਅਤੇ ਉਹਨੂੰ ਸਾਊਥ 'ਚ ਲੈ ਕੇ ਤੁਸੀਂ ਕੀ ਕਰਨਾ, ਉਹਨੂੰ ਰੀਲੋਕੇਟ ਕੀਤਾ ਨੌਰਥ ਟੂ ਸਾਊਥ, ਉਹਦੀ ਲੋਕੇਸ਼ਨ ਚੇਂਜ ਕੀਤੀ। ਠੀਕ ਆ। ਹੁਣ ਆਹ ਵਾਲੇ ਵਰਡਸ ਤੁਸੀਂ ਲਿਖ ਲਓ, ਵੀਡੀਓ ਜ਼ਿਆਦਾ ਲੰਬੀ ਨਾ ਹੋਵੇ, ਇਸ ਕਰਕੇ ਆਪਾਂ ਸਿੱਧਾ ਆਉਂਦੇ ਹਾਂ ਆਪਣੇ ਮੈਪ 'ਤੇ। ਓਕੇ, ਹੁਣ ਤੁਸੀਂ ਸਾਰਿਆਂ ਨਾਲੋਂ ਪਹਿਲਾਂ ਤਾਂ ਆਪਣਾ ਮੈਪ ਧਿਆਨ ਨਾਲ ਦੇਖ ਚੁੱਕੇ ਹੋ। ਓਕੇ, ਵੀ ਆਹ ਆਪਣਾ ਮੈਪ ਆ ਅਤੇ ਕਿਹੜੀਆਂ ਚੀਜ਼ਾਂ ਕਿਵੇਂ ਯੂਜ਼ ਕੀਤੀਆਂ। ਸਭ ਤੋਂ ਪਹਿਲਾਂ ਆਉਂਦੀ ਆ ਇੰਟਰੋ। ਇੰਟਰੋ ਦੇਖੋ, ਆਪਾਂ ਨੋਰਮਲ ਇੰਟਰੋ ਤਾਂ ਸਾਰੇ ਲਿਖਦੇ ਆ ਵੀ ਜਿਵੇਂ the map illustrates the information about advanced development which have been made in Ramat village, ਐਵੇਂ ਦੀ ਇੰਟਰੋਡਕਸ਼ਨ ਸਾਰੇ ਲਿਖਦੇ ਆ। ਠੀਕ ਆ। ਟਾਈਮ ਲਿਖ ਦੇਣਗੇ ਦਿਸ ਐਂਡ ਦਿਸ, ਪਰ ਜਿਹੜੀ ਮੈਂ ਇੰਟਰੋ ਮੇਰੇ ਜਿਹੜੇ ਸਟੂਡੈਂਟਸ ਨੂੰ ਲਿਖਾਈ ਸੀ, ਉਹਨੇ ਸੇਮ ਇੰਟਰੋ ਲਿਖੀ ਅਤੇ ਐਸੇ ਕਰਕੇ ਮੇਰੇ ਅਕੋਰਡਿੰਗ ਆ ਵੀ ਉਹਨੂੰ ਥੋੜ੍ਹਾ ਬੂਸਟ ਮਿਲਿਆ ਉਹਦੇ ਸਟਾਰਟਿੰਗ 'ਚ ਹੀ। ਉਹ ਇੰਟਰੋ ਕੀ ਸੀ, ਉਹਨੇ ਇੰਟਰੋ ਨੂੰ ਪੈਸਿਵ 'ਚ ਕਨਵਰਟ ਕਰਤਾ ਸੀ। ਦੇਖੋ ਆਪਾਂ ਸ਼ੁਰੂ ਤੋਂ ਸਟਾਰਟ ਕਰਦੇ ਹਾਂ ਨਾ ਵੀ ਦ ਇਨਫੋਰਮੇਸ਼ਨ, ਕਿਸੇ ਵੀ ਤਰ੍ਹਾਂ ਦੀ ਦਾ ਮੈਪ ਇਲਸਟ੍ਰੇਟ ਦਾ ਇਨਫੋਰਮੇਸ਼ਨ, ਉਹਨੇ ਉਹਨੂੰ ਪੈਸਿਵ 'ਚ ਕੀਤਾ। ਕੀ ਲਿਖਿਆ ਉਹਨੇ, ਦ ਇਨਫੋਰਮੇਸ਼ਨ ਅਬਾਊਟ ਐਡਵਾਂਸ ਡਿਵੈਲਪਮੈਂਟ, ਜਿਹੜੀਆਂ ਐਡਵਾਂਸ ਡਿਵੈਲਪਮੈਂਟ ਮੇਡ ਟੂ ਦਿੱਤੀਆਂ। ਠੀਕ ਹੈ, ਕਿਹਨੂੰ, ਟੂ ਦਾ ਰੇਮਥ ਵਿਲੇਜ ਨੂੰ, ਓਵਰ ਦਾ ਸਪੈਨ ਆਫ 27 ਈਅਰ। 27 ਈਅਰ ਕਿਵੇਂ ਵੀ ਆਹ ਲਾ ਲਓ 1995 ਤੋਂ ਲੈ ਕੇ ਅੱਜ ਤੱਕ 27 ਈਅਰ ਬਣ ਗਏ, ਕਿਉਂਕਿ ਪ੍ਰੈਜ਼ੈਂਟ ਦੇ ਸੀ ਨਾ, ਆਪਾਂ ਸਿੱਧਾ ਹਿਸਾਬ ਲੈ ਲਓ 27 ਈਅਰ ਇਜ਼ ਡਿਪਿਕਟਡ ਬਾਏ ਰੈਂਡਰਡ ਗ੍ਰਾਫ। ਗੱਲ ਦੀ ਸਮਝ ਲੱਗੀ। ਤੁਸੀਂ ਪਹਿਲਾਂ ਓਬਜੈਕਟ ਚੱਕਣਾ। ਓਬਜੈਕਟ ਕੀ ਸੀ, ਇਨਫੋਰਮੇਸ਼ਨ ਜਿਹੜੀ ਸੀ ਉਹ ਆਪਾਂ ਲਿਖਤੀ ਕਿ ਉਹਨਾਂ ਨੇ ਐਡਵਾਂਸ ਡਿਵੈਲਪਮੈਂਟ ਸ਼ੋਅ ਕੀਤੀਆਂ ਵਾ ਇਹਦੇ ਵਿੱਚ। ਕਿੱਥੇ ਸ਼ੋਅ ਕੀਤੀਆਂ, ਰੈਮਥ ਵਿਲੇਜ ਦੇ ਵਿੱਚ, ਅਤੇ ਟਾਈਮ ਪੀਰੀਅਡ ਦੱਸਤਾ ਇਜ਼ ਡਿਪਿਕਟਡ ਬਾਏ ਰੈਂਡਰਡ ਗ੍ਰਾਫ। ਰੈਂਡਰਡ ਦਾ ਮਤਲਬ ਹੁੰਦਾ ਗਿਵਨ ਗ੍ਰਾਫ। ਤੁਸੀਂ ਰੈਂਡਰਡ ਵਰਡ ਆਪਦੇ ਇਹਦੇ ਵਿੱਚ ਯੂਜ਼ ਕਰ ਸਕਦੇ ਹੋ। ਠੀਕ ਆ। ਸੋ ਓਵਰਆਲ ਦੇ ਵਿੱਚ ਆਪਾਂ ਕਿਵੇਂ ਲਿਖਾਂਗੇ, ਦੇਅਰ ਹੈਵ ਬੀਨ ਸੈਵਰਲ ਚੇਂਜਿਸ। ਵੈਸੇ ਤਾਂ ਬਹੁਤ ਸਾਰੇ ਚੇਂਜਿਸ ਆ। ਉਸ ਤੋਂ ਬਾਅਦ ਕੋਮਾ, ਪੰਚੁਏਸ਼ਨ ਦਾ ਖਾਸ ਕਰ ਧਿਆਨ ਰੱਖਿਆ ਕਰੋ ਵੀ ਕਦੋਂ ਸੈਂਟੈਂਸ ਮੁੱਕਿਆ, ਮਤਲਬ ਸੈਂਟੈਂਸ ਨਹੀਂ, ਕਦੋਂ ਆਪਣਾ ਇੱਕ ਮਤਲਬ ਆਪਣੀ ਗੱਲ ਪੂਰੀ ਹੋਈ ਆ, ਉਸ ਤੋਂ ਬਾਅਦ ਦੂਸਰੀ ਗੱਲ ਕਰਨ ਲੱਗਿਆ ਵਾ। ਬਟ ਦ ਮੋਸਟ ਨੋਟਿਸੇਬਲ, ਜੋ ਸਾਰਿਆਂ ਨਾਲੋਂ ਜ਼ਿਆਦਾ ਨੋਟਿਸ ਕੀਤੀ ਜਾਣ ਵਾਲੀ ਚੀਜ਼ ਆ, ਉਹ ਕੀ ਆ, ਬੀਂਗ ਇਨਕਰੀਜ਼ ਇਨ ਅਕੋਮੋਡੇਸ਼ਨ। ਦੇਖੋ ਇੱਥੇ ਇਹਨਾਂ ਨੇ ਹਾਊਸ ਜ਼ਿਆਦਾ ਹੋ ਗਏ ਅੱਜ। ਠੀਕ ਆ। ਉਹ ਮੈਂ ਲਿਖਿਆ ਵੀ ਇਨਕਰੀਜ਼ ਇਨ ਅਕੋਮੋਡੇਸ਼ਨ, ਹਾਊਸ ਨੂੰ ਮੈਂ ਕੀ ਯੂਜ਼ ਕਰਤਾ, ਅਕੋਮੋਡੇਸ਼ਨ।
ਇਸ ਤਰ੍ਹਾਂ ਦੀ ਵੋਕੈਬ ਤੁਹਾਨੂੰ ਲਿਆਉਣੀ ਪਊਗੀ ਥੋੜ੍ਹੀਆਂ ਚੇਂਜਿਸ ਦੇ ਨਾਲ, ਠੀਕ ਆ। ਹੋਰ ਕੀ ਆਪਾਂ ਵੇਖਿਆ, ਐਲੀਮੀਨੇਸ਼ਨ ਆਫ ਫਿਸ਼ਿੰਗ ਇੰਡਸਟਰੀ। ਓਕੇ, ਦੇਖੋ ਇੱਥੇ ਫਿਸ਼ਿੰਗ ਇੰਡਸਟਰੀ ਸੀ, ਇੱਥੇ ਉਹ ਹੈ ਨਹੀਂ। ਮੈਂ ਤੁਹਾਨੂੰ ਉੱਤੇ ਵਰਡ ਦੱਸਿਆ ਸੀ ਐਲੀਮੀਨੇਸ਼ਨ, ਠੀਕ ਆ। ਹੋਰ ਆਪਾਂ ਮੇਨ ਮੋਟਾ ਕੀ ਦੇਖਿਆ, ਐਲੀਮੀਨੇਸ਼ਨ ਆਫ ਫਿਸ਼ਿੰਗ ਇੰਡਸਟਰੀ। ਹੋਰ ਕੀ ਚੀਜ਼ ਨੋਟ ਕੀਤੀ ਤੀਸਰੀ, ਇੰਟਰੋਡਕਸ਼ਨ ਦਾ ਮਤਲਬ ਮੈਂ ਤੁਹਾਨੂੰ ਉੱਤੇ ਦੱਸਿਆ ਸੀ, ਇਹ ਚੀਜ਼ ਨਵੀਂ ਬਣੀ ਹੁੰਦੀ ਜਿਹੜੀ ਆਫ ਸਪੋਰਟਸ ਫੈਸਿਲਿਟੀਜ਼। ਦੇਖੋ ਪਹਿਲਾਂ ਇੱਥੇ ਫਾਰਮਲੈਂਡ ਤੇ ਫਰੈਸ਼ ਸੀ, ਉਹਦੀ ਥਾਂ ਤੇ ਟੈਨਿਸ ਤੇ ਗੋਲਫ ਕਲੱਬ ਬਣ ਗਏ, ਜਿਹਦਾ ਕਰਕੇ ਮੈਂ ਉਹ ਲਿਖਤਾ ਵੀ ਇੰਟਰੋਡਿਊਸ ਹੋਈਆਂ ਪ੍ਰੈਜ਼ੈਂਟ ਦੇ ਵਿੱਚ ਸਪੋਰਟਸ ਫੈਸਿਲਿਟੀਜ਼। ਡੈਟਸ ਇਟ। ਗੱਲ ਦੀ ਸਮਝ ਲੱਗੀ ਤੁਹਾਨੂੰ ਵੀ ਮੈਂ 3 ਚੀਜ਼ਾਂ ਮੋਟੀਆਂ ਲਿਖਤੀਆਂ। ਇੱਕ ਤਾਂ ਮੈਂ ਲਿਖਿਆ ਇਨਕਰੀਜ਼ ਇਨ ਅਕੋਮੋਡੇਸ਼ਨ, ਵੀ ਘਰ ਵਧੇ ਆ, ਤੇ ਉਸ ਤੋਂ ਬਾਅਦ ਮੈਂ ਲਿਖਿਆ ਐਲੀਮੀਨੇਸ਼ਨ ਇਨ ਫਿਸ਼ਿੰਗ ਮਾਰਕੀਟ, ਵੀ ਫਿਸ਼ ਮਾਰਕੀਟ ਸਾਰੀ ਦੀ ਸਾਰੀ ਉੱਡ ਗਈ, ਐਲੀਮੀਨੇਟ ਹੋ ਗਈ। ਉਸ ਤੋਂ ਬਾਅਦ ਇੰਟਰੋਡਿਊਸ ਹੋਈਆਂ ਸਪੋਰਟਸ ਫੈਸਿਲਿਟੀਜ਼, ਠੀਕ ਆ। ਹੁਣ ਤੁਸੀਂ ਦੇਖ ਲਿਆ ਵੀ ਆਪਾਂ ਓਵਰਆਲ ਲਿਖ ਲਿਆ ਤੇ ਇੰਟਰੋ ਲਿਖ ਲਿਆ। ਹੁਣ ਗੱਲ ਆਉਂਦੀ ਆ ਆਪਣੇ ਬੀਪੀ ਫਸਟ ਦੀ। ਦੇਖੋ ਬੀਪੀ ਫਸਟ ਆਪਾਂ ਇਹਦਾ ਪਤਾ ਹੀ ਆ ਸਭ ਨੂੰ ਵੀ ਇੱਕ 'ਚ ਆਪਾਂ ਲਿਖਾਂਗੇ 1995 ਦੀ ਗੱਲ ਕਰਾਂਗੇ, ਇੱਕ 'ਚ ਕਰਾਂਗੇ ਪ੍ਰੈਜ਼ੈਂਟ ਡੇ ਦੀ ਗੱਲ। ਜਿਹੜੀ ਤੇ 1995 ਦੀ ਗੱਲ ਹੋਊਗੀ ਉਹ ਰਹੂਗੀ ਪਾਸਟ ਦੇ ਵਿੱਚ, ਓਕੇ। ਜਿਹੜੀ ਹੋਊਗੀ ਪ੍ਰੈਜ਼ੈਂਟ ਦੀ ਗੱਲ ਉਹ ਰਹੂਗੀ ਪ੍ਰੈਜ਼ੈਂਟ ਦੇ ਵਿੱਚ। ਸੋ ਇਹਦੇ ਵਿੱਚ ਟੈਂਸ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਪੈਣਾ, ਠੀਕ ਆ। ਹੁਣ ਮੈਂ ਤੁਹਾਨੂੰ ਦੱਸਦਾ ਵੀ ਆਪਾਂ ਕਿਸ ਤਰੀਕੇ ਨਾਲ ਲਿਖਣੀ ਆ, ਓਕੇ। ਚਲੋ ਆਪਾਂ ਆਉਂਦੇ ਹਾਂ ਆਪਣੇ BP1 ਤੇ, ਠੀਕ ਆ। This is our BP1. Wait a minute, sorry, zoom ज़्यादा हो गया। देखो ਹੁਣ ਇਹਦੇ ਵਿੱਚ ਕੀ ਲਿਖਿਆ, in 1995, ਪਹਿਲਾਂ ਮੈਂ ਗੱਲ ਕੀਤੀ 1995 ਦੀ, to the south of the village where the sea is। ਦੇਖੋ ਹੁਣ ਸਾਊਥ ਦੇਖੋ ਕਿਹੜਾ, ਹੁਣ ਸੀ ਦਾ ਸਾਊਥ ਕਿਹੜਾ, ਉਹ ਮੈਪ ਦਾ ਸਾਊਥ ਕਿਹੜਾ। ਹੁਣ ਦੇਖੋ ਆ ਮੈਪ ਆ ਇੱਥੇ ਲਿਖਿਆ ਸਾਊਥ, ਆਪਾਂ 1995 ਦੀ ਗੱਲ ਕਰਦੇ ਹਾਂ। ਸਾਊਥ ਦੇ ਵਿੱਚ ਸਾਰਾ ਦਾ ਕੀ ਆ, ਸੀ ਦਾ। ਮੈਂ ਲਿਖਿਆ ਟੂ ਦਾ ਸਾਊਥ ਆਫ ਦਾ ਵਿਲੇਜ ਵੇਅਰ ਦਾ ਸੀ, ਮਤਲਬ ਉਹਦੇ ਸਾਊਥ ਦੇ ਵਿੱਚ ਜਿੱਥੇ ਕਿ ਸੀ ਆ, ਠੀਕ ਆ। ਜਿੱਥੇ ਕਿ ਸੀ ਆ ਉੱਥੇ ਕੀ ਹੋਇਆ, ਦੇਅਰ ਵਾਜ਼ ਏ ਫਿਸ਼ਿੰਗ ਇੰਡਸਟਰੀ। ਉੱਥੇ ਕੀ ਆ, ਇੱਕ ਫਿਸ਼ਿੰਗ ਇੰਡਸਟਰੀ ਆ, with the fishing port and a quite large fish market as well। ਓਕੇ, ਗੱਲ ਦੀ ਸਮਝ ਤੁਹਾਨੂੰ ਲੱਗਣੀ ਚਾਹੀਦੀ ਆ ਵੀ ਸਾਊਥ ਦੇ ਵਿੱਚ ਜੋ ਚੀਜ਼ਾਂ ਉਹ ਮੈਂ ਸਾਰੀਆਂ ਇੱਕੇ ਵਾਰੀ 'ਚ ਦੱਸਤੀਆਂ ਇੱਥੇ, ਠੀਕ ਆ। ਪਹਿਲਾਂ ਮੈਂ ਕਿਹਾ ਵੀ ਜਿੱਥੇ ਜਿਹੜਾ ਸਾਊਥ ਆਪਣਾ ਜਿੱਥੇ ਕਿ ਸੀ ਆ ਉੱਥੇ ਕੀ ਚੀਜ਼ਾਂ ਲਿਖੀਆਂ, ਦੇਅਰ ਇਜ਼ ਏ ਫਿਸ਼ ਮਾਰਕੀਟ ਐਜ਼ ਵੈਲ ਏ ਫਿਸ਼ਿੰਗ ਪੋਰਟ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਜਿਵੇਂ ਮੈਂ ਮੈਪ ਦੇ ਵਿੱਚ ਲਿਖਿਆ ਵੀ ਵਿਦ ਏ ਫਿਸ਼ਿੰਗ ਪੋਰਟ ਐਂਡ ਏ ਕੁਆਇਟ ਲਾਰਜ ਫਿਸ਼ ਮਾਰਕੀਟ ਐਜ਼ ਵੈਲ। ਜਦੋਂ ਦੋ ਚੀਜ਼ਾਂ ਆਣ ਉੱਥੇ ਪਿੱਛੇ ਐਜ਼ ਵੈਲ ਲੱਗਦਾ ਤਾਂ ਐਜ਼ ਵੈਲ ਆਇਆ, ਠੀਕ ਆ। ਸਾਊਥ ਦੇ ਵਿੱਚ ਸੀ ਆ ਜਿੱਥੇ ਕੀ ਹੈ ਇੱਕ ਫਿਸ਼ਿੰਗ ਇੰਡਸਟਰੀ ਆ ਵਿਦ ਫਿਸ਼ਿੰਗ ਪੋਰਟ ਐਂਡ ਏ ਕੁਆਇਟ ਫਿਸ਼ ਮਾਰਕੀਟ ਐਜ਼ ਵੈਲ, ਠੀਕ ਆ। ਉਸ ਤੋਂ ਬਾਅਦ ਹੋਰ ਕੀ ਹੈ ਸਾਊਥ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਇੱਕ ਕੈਫੇ ਵੀ ਹੈਗਾ, ਠੀਕ ਆ। ਇੱਥੇ ਆਹ ਸਾਰੀਆਂ ਚੀਜ਼ਾਂ ਸਾਊਥ 'ਚ ਹੀ ਹੈ, ਇੱਕ ਹਿਸਾਬ ਦੀਆਂ ਹੋਟਲ ਸ਼ੋਪਸ, ਇਹ ਸਾਰੀਆਂ ਆਪਾਂ ਨੂੰ ਸਾਊਥ ਦੀ ਗੱਲ ਸ਼ੁਰੂ ਕੀਤੀ ਹੈ ਤਾਂ ਸਾਊਥ ਦੇ ਵਿੱਚ ਲਿਖਣੀਆਂ ਪੈਣਗੀਆਂ, ਠੀਕ ਆ। ਨੈਕਸਟ ਟੂ ਦਿਸ, ਇਹ ਇੱਕ ਆਪਣਾ ਕਨੈਕਟਰਸ ਹੀ ਲਾ ਸਕਦੇ ਹੋ। ਨੈਕਸਟ ਟੂ ਦਿਸ ਵਾਜ਼ ਏ ਸਮਾਲ ਕੈਫੇ, ਉਸ ਤੋਂ ਅੱਗੇ ਇੱਕ ਸਮੋਲ ਕੈਫੇ ਆ, ਮਤਲਬ ਫਿਸ਼ ਮਾਰਕੀਟ ਤੋਂ ਅੱਗੇ ਇੱਕ ਕੈਫੇ ਆ, ਆਪਾਂ ਦੇਖ ਸਕਦੇ ਹਾਂ ਫਿਸ਼ ਮਾਰਕੀਟ ਤੋਂ ਅੱਗੇ ਕੈਫੇ ਆ। ਉਸ ਤੋਂ ਬਾਅਦ ਰੋਡ ਦੇ ਪਰਲੇ ਸਾਈਡ ਕੀ ਆ, ਸ਼ੋਪਸ ਨੇ ਤੇ ਇੱਕ ਹੋਟਲ ਆ। ਇਹਨੂੰ ਆਪਾਂ ਇਸ ਤਰੀਕੇ ਨਾਲ ਲਿਖਾਂਗੇ ਵੀ ਰੋਡ ਦੇ ਪਰਲੇ ਸਾਈਡ, ਇਹ ਤੁਹਾਡੀ ਚੀਜ਼ ਵੇਖਣੀ ਪੈਣੀ ਤੁਹਾਨੂੰ ਵੀ ਰੋਡ ਤੁਸੀਂ ਥੋੜਾ ਧਿਆਨ ਰੱਖਣਾ ਪੈਣਾ। ਔਨ ਦਾ ਅਦਰ ਸਾਈਡ ਆਫ ਦਾ ਰੋਡ ਦੇਅਰ ਵਾਜ਼ ਏ ਲਾਈਨ ਆਫ 5 ਸ਼ੋਪਸ ਐਂਡ ਏ ਹੋਟਲ। ਗੱਲ ਦੀ ਸਮਝ ਲੱਗੀ ਵੀ ਰੋਡ ਤੋਂ ਪਰਲੀ ਸਾਈਡ ਕੀ ਆ, ਲਾਈਨ 'ਚ ਜਾਂ ਲਾਈਨ ਹੀ ਆ ਇੱਕ ਸ਼ੋਪਸ ਦੀ, ਠੀਕ ਹੈ ਜੀ। ਹੁਣ ਅੱਗੇ ਗੱਲ ਕੀਤੀ ਆ ਵਾਈਲ ਇਨ ਦਾ ਨੌਰਥ ਈਸਟ। ਦੇਖੋ ਨੌਰਥ ਈਸਟ ਸੀ ਤਾਂ ਮੈਂ ਇਨ ਦਾ ਲਾਇਆ, ਅੱਗੇ ਮੈਂ ਜਦੋਂ ਸਾਊਥ ਲਿਖਿਆ ਸੀ ਉਦੋਂ ਟੂ ਦਾ ਹੀ ਲਾਇਆ ਸੀ, ਠੀਕ ਆ। ਕੱਲੀ ਡਾਇਰੈਕਸ਼ਨ ਦੇ ਵਿੱਚ ਟੂ, ਦੋ ਡਾਇਰੈਕਸ਼ਨਾਂ ਦੇ ਵਿੱਚ ਇਨ ਦਾ। ਵਾਈਲ ਇਨ ਦਾ ਨੌਰਥ ਈਸਟ ਪਾਰਟ ਆਫ ਦਾ ਵਿਲੇਜ ਦੇਅਰ ਵਾਜ਼ ਏ ਫਾਰਮਲੈਂਡ ਐਂਡ ਏ ਫੋਰੈਸਟ ਪਾਰਕ। ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਨੌਰਥ ਈਸਟ ਆ ਵਾ, ਇੱਥੇ ਕੀ ਹੈ ਇੱਕ ਫਾਰਮਲੈਂਡ ਆ ਤੇ ਇੱਕ ਫੋਰੈਸਟ ਪਾਰਕ ਆ। ਉਹੀ ਮੈਂ ਇਹਦੇ ਵਿੱਚ ਲਿਖਿਆ ਵੀ ਨੌਰਥ ਈਸਟ ਦੇ ਵਿੱਚ ਫਾਰਮਲੈਂਡ ਆ ਤੇ ਇੱਕ ਫੋਰੈਸਟ ਪਾਰਕ ਆ। ਉਸ ਤੋਂ ਬਾਅਦ
ਕੀ ਲਿਖਿਆ ਮੈਂ, ਦ ਮੇਨ ਹਾਊਸਿੰਗ ਆਫ ਦ ਵਿਲੇਜ ਵਾਜ਼ ਲੋਕੇਟਡ ਇਨ ਨੌਰਥ ਵੈਸਟ ਅਰਾਊਂਡ ਦ ਮੇਨ ਰੋਡ with 12 houses and 4 of them encircled in by a street। ਗੱਲ ਦੀ ਸਮਝ ਲੱਗੀ। ਮੇਨ ਹਾਊਸਿੰਗ ਕਿੱਥੇ ਆ ਵਿਲੇਜ ਦੀ, ਨੌਰਥ ਵੈਸਟ ਦੇ ਵਿੱਚ ਅਰਾਊਂਡ ਦਾ ਮੇਨ ਰੋਡ ਦੇ ਅਰਾਊਂਡ, ਤੇ ਜਿਹੜੇ 4 ਘਰ ਵਾ ਉਹ ਕੀ ਇੱਕ ਸਟਰੀਟ ਦੇ ਨਾਲ ਐਨਸਰਕਲਡ ਆ। ਆਪਾਂ ਦੇਖ ਲੈਂਦੇ ਆ ਮੇਨ ਹਾਊਸਿਸ ਕਿੱਥੇ ਆ, ਨੌਰਥ ਵੈਸਟ ਦੇ ਵਿੱਚ। ਜਿਹੜੀ ਮੇਨ ਹਾਊਸਿੰਗ ਆ ਨੌਰਥ ਵੈਸਟ ਦੇ ਵਿੱਚ ਆ ਸਾਰੀ, ਕਿੱਦੇ ਅਰਾਊਂਡ ਆ, ਇੱਕ ਰੋਡ ਦੇ ਵਿੱਚ, ਤੇ 4 ਘਰ ਕੀ ਆ, ਐਨਸਰਕਲਡ ਆ ਇੱਕ ਸਟਰੀਟ ਦੇ ਅਰਾਊਂਡ। ਡੈਟਸ ਇਟ। ਜੋ ਉਹਨਾਂ ਨੇ ਦੱਸਿਆ ਉਹ ਆਪਾਂ ਲਿਖਤਾ, ਬਹੁਤ ਵਧੀਆ ਤਰੀਕੇ ਨਾਲ ਲਿਖਿਆ। ਠੀਕ ਆ, ਗੱਲ ਦੀ ਸਮਝ ਲੱਗੀ ਤੁਹਾਨੂੰ। ਹੁਣ ਗੱਲ ਕਰਦੇ ਆਪਾਂ ਪ੍ਰੈਜ਼ੈਂਟ ਡੇ ਦੇ ਮੈਪ ਦੀ। ਓਕੇ, ਦੇਖੋ ਟਰਨਿੰਗ ਦਾ ਪ੍ਰੈਜ਼ੈਂਟ ਡੇ ਮੈਪ, ਆਪਣੇ ਪ੍ਰੈਜ਼ੈਂਟ ਡੇ ਮੈਪ ਤੇ ਆਪਾਂ ਟਰਨ ਕਰਦੇ ਹਾਂ। ਇਟ ਕੈਨ ਬੀ ਸੀਨ ਡੈਟ ਫਿਸ਼ਿੰਗ ਫੈਸਿਲਿਟੀਜ਼ have all gone and replaced by 4 apartments while the shop have become restaurant। ਗੱਲ ਦੀ ਕਹਿੰਦਾ ਪਿਆ ਇਹ ਵੀ ਜਿਹੜੀ ਫਿਸ਼ਿੰਗ ਫੈਸਿਲਿਟੀਜ਼ ਆ ਉਹ ਸਾਰੀਆਂ ਹੀ ਗੋਨ ਹੋ ਗਈਆਂ, ਉੱਡ ਗਈਆਂ, ਤੇ ਰਿਪਲੇਸ ਕਿਹਦੇ ਨਾਲ ਹੋ ਗਈਆਂ, 4 ਅਪਾਰਟਮੈਂਟਸ ਦੇ ਨਾਲ। ਆਪਾਂ ਦੇਖ ਲੈਂਦੇ ਹਾਂ ਹੁਣੇ, ਦੇਖਦੇ ਹਾਂ ਆਪਾਂ ਕੀ ਕਹਿੰਦਾ। ਦੇਖੋ ਕਹਿੰਦਾ ਵੀ ਫਿਸ਼ ਮਾਰਕੀਟ ਜਿੰਨੀ ਵੀ ਸੀ ਉਹ ਅੱਜ ਵੇ ਇੱਥੋਂ ਸਾਰੀ ਉੱਡ ਗਈ। ਪ੍ਰੈਜ਼ੈਂਟ ਡੇ ਦੇ ਮੈਪ 'ਚ ਜਿਹੜੀਆਂ ਫਿਸ਼ ਮਾਰਕੀਟ ਸੀ ਉਹ ਕਿਹਦੇ ਨਾਲ ਰਿਪਲੇਸ ਹੋ ਗਈ, ਅਪਾਰਟਮੈਂਟਸ ਦੇ ਨਾਲ। ਤੇ ਜਿਹੜੀਆਂ ਸ਼ੌਪਸ ਸੀਗੀਆਂ ਉਹ ਕਿਹਦੇ ਨਾਲ ਰਿਪਲੇਸ ਹੋ ਗਈਆਂ, ਰੈਸਟੋਰੈਂਟ ਨਾਲ। ਠੀਕ ਆ, ਬਸ ਇਹਦੇ 'ਚ ਸਿਰਫ ਵੋਕੈਬ ਲਾਉਣੀ ਆ, ਰਿਪਲੇਸ ਹੋ ਗਈ, ਆਲ ਗੋਨ ਹੋ ਗਈ, ਗੋਨ ਲਾਤਾ, ਉੱਡ ਗਿਆ, ਤੇ ਉਹਨਾਂ ਨੇ ਰਿਪਲੇਸ ਕਰਤੀ, ਮਤਲਬ ਜੇ ਬਦਲ ਗਈ ਤਾਂ ਉਹਦੀ ਥਾਂ ਤੇ ਕੀ ਲਾਤਾ, ਰਿਪਲੇਸ। ਹੁਣ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ, ਪ੍ਰੈਜ਼ੈਂਟ 'ਚ ਚੱਲੀ ਜਾਂਦੀ ਆ ਗੱਲ। ਠੀਕ ਆ, ਤਾਂ ਮੈਂ ਇੱਥੇ ਰਿਮੇਨਸ ਲਾਇਆ। ਠੀਕ ਆ, ਹੈਵ ਲਾਇਆ, ਇਹ ਪ੍ਰੈਜ਼ੈਂਟ ਦੀ ਗੱਲ ਆ। ਤਾਂ ਕੈਫੇ ਰਿਮੇਨਸ ਦਾ ਸੇਮ। ਠੀਕ ਆ, ਤੇ ਕੈਫੇ ਸੇਮ ਤੇ ਸੇਮ ਥਾਂ ਤੇ ਆ। ਅੱਗੇ ਕਹਿੰਦਾ ਤੇ ਹੋਟਲ ਇੰਸਟਾਲ ਪਾਰਕਿੰਗ ਫੈਸਿਲਿਟੀਜ਼ ਵਿਚ ਇਟ ਡਿਡ ਨੋਟ ਹੈਵ ਬਿਫੋਰ। ਠੀਕ ਆ, ਹੁਣ ਦੋ ਗੱਲਾਂ ਕਹਿੰਦਾ ਵੀ, ਇੱਕ ਤਾਂ ਕਹਿੰਦਾ ਵੀ ਕੈਫੇ ਸੇਮ ਰਿਹਾ ਉੱਥੇ ਦਾ ਉੱਥੇ, ਤੇ ਹੋਟਲ ਨੇ ਕਾਰ ਪਾਰਕਿੰਗ ਹੋਰ ਨਵੀਂ ਬਣਾ ਲਈ। ਦੇਖ ਲੈਂਦੇ ਹਾਂ ਆਪਾਂ। ਹਾਂਜੀ, ਕੈਫੇ ਉੱਥੇ ਦਾ ਉੱਥੇ ਹੀ ਆ, ਇੱਥੇ ਕੈਫੇ ਸੀ, ਇੱਥੇ ਆ। ਠੀਕ ਆ, ਤੇ ਹੋਟਲ ਦੇ ਨਾਲ ਅੱਗੇ ਕਾਰ ਪਾਰਕਿੰਗ ਹੈ ਨਹੀਂ ਸੀ, ਹੁਣ ਬਣ ਗਈ ਕਾਰ ਪਾਰਕ। ਜੋ ਮੈਪ ਦੇ ਵਿੱਚ ਲਿਖਿਆ ਸਿੰਪਲ ਲਿਖਣਾ, ਬਸ ਵੋਕੈਬ ਯੂਜ਼ ਕਰਨੀ ਹੈ ਤੁਸੀਂ। ਠੀਕ ਆ, ਬਸ ਸਿੰਪਲ ਤੁਰੇ ਚੱਲੋ। ਠੀਕ ਆ, ਅੱਗੇ ਕੀ ਕਹਿੰਦਾ, ਦਾ ਫਾਰਮਲੈਂਡ ਹੈਜ਼ ਬੀਨ ਕਨਵਰਟਡ ਇਨਟੂ ਗੋਲਫ ਕੋਰਟ। ਜਿਹੜਾ ਫਾਰਮਲੈਂਡ ਸੀ ਉਹਦੀ ਥਾਂ ਤੇ ਗੋਲਫ ਕੋਰਟ ਬਣ ਗਿਆ। ਵਾਈਲ ਦਾ ਫੋਰੈਸਟ ਹੈਜ਼ ਬੀਨ ਰਿਮੂਵਡ ਟੂ ਮੇਕ ਏ ਵੇ ਫॉर ਟੈਨਿਸ ਕੋਰਟ। ਮਤਲਬ ਵੀ ਫਾਰਮਲੈਂਡ ਕਨਵਰਟ ਹੋ ਗਿਆ ਗੋਲਫ ਕੋਰਟ ਦੇ ਵਿੱਚ, ਤੇ ਫੋਰੈਸਟ ਉਹਨੇ ਰਿਮੂਵ ਕਰਤਾ ਵੇ ਬਣਾਉਣ ਲਈ ਟੈਨਿਸ ਕੋਰਟ ਤੱਕ। ਓਕੇ, ਹੁਣੇ ਵੇਖ ਲੈਂਦੇ ਹਾਂ ਆਪਾਂ, ਐਵੇਂ ਗੱਲ ਹੋਈ ਆ। yes it is farmland converted into golf court ਤੇ forest park is removed ਕਰਤਾ to make a way for tennis। ਜਾਂ ਤੁਸੀਂ ਇਹਨੂੰ ਐਵੇਂ ਵੀ ਲਿਖ ਸਕਦੇ ਹੋ, farmland and forest park are converted into golf and tennis stadium respectively। that's it। ਕਿਸੇ ਵੀ ਤਰੀਕੇ ਨਾਲ ਲਿਖ ਸਕਦੇ ਹੋ, ਬਸ ਵਰਡ ਯੂਜ਼ ਹੋਣਾ ਚਾਹੀਦਾ, ਗੱਲ ਦੀ ਸਮਝ ਐਗਜ਼ਾਮੀਨਰ ਨੂੰ ਲੱਗਣੀ ਚਾਹੀਦੀ ਆ। ਓਕੇ, ਹੁਣ ਲਾਸਟ ਦੇ ਵਿੱਚ ਕੀ ਰਹਿ ਗਿਆ, ਆਲਦੋ ਦਾ ਓਲਡ ਹਾਊਸ ਰਿਮੇਨ ਸੇਮ। ਜਿਹੜੇ ਪੁਰਾਣੇ ਘਰ ਸੀ ਉੱਥੇ ਦੇ ਉੱਥੇ ਹੀ ਰਹੇ। ਨਿਊ ਵਨਸ ਹੈਵ ਬੀਨ ਬਿਲਟ ਅਲੋਂਗ ਏ ਨਿਊ ਰੋਡ ਵਿਦ 2 ਨਿਊ ਹਾਊਸਿਸ ਬਿਸਾਈਡ ਇਟ। ਕਹਿੰਦੇ ਪੁਰਾਣੇ ਘਰ ਤਾਂ ਉੱਥੇ ਦੇ ਉੱਥੇ ਰਹੇ, ਕੁਛ ਕੁ ਘਰ ਨਵੇਂ ਬਣੇ ਆ ਜਿਹੜੇ ਕਿ ਇੱਕ ਹੋਰ ਨਵਾਂ ਰੋਡ ਬਣਾਇਆ ਸੀ ਉਹਦੇ ਨਾਲ 2 ਘਰ ਹੋਰ ਨਵੇਂ ਬਣ ਗਏ। ਆਪਾਂ ਦੇਖ ਲੈਂਦੇ ਹਾਂ ਐਵੇਂ ਦੀ ਗੱਲ ਹੋਈ ਹੈ ਕਿ, ਆਪਾਂ ਦੇਖ ਲੈਂਦੇ ਹਾਂ। ਹਾਂਜੀ ਹੋਈ ਆ, 2 ਘਰ ਤੇ ਇੱਥੇ ਇੱਥੇ ਘਰ ਹੈ ਨਹੀਂ ਸੀ, ਇੱਥੇ ਬਣ ਗਏ ਨਵੇਂ ਘਰ। ਠੀਕ ਆ, ਉਸ ਤੋਂ ਬਾਅਦ ਇੱਕ ਰੋਡ ਹੋਰ ਬਣਿਆ ਆ ਰਿਹਾ ਜਿਹੜਾ ਐਨੂੰ ਜਾਂਦਾ ਪਿਆ ਆ ਰਿਹਾ। ਇਹ ਪਹਿਲਾਂ ਹੈ ਨਹੀਂ ਸੀ, ਇਹਦੇ ਨਾਲ 2 ਘਰ ਹੋਰ ਬਣ ਗਏ, ਤੇ ਆਹੀ ਚੀਜ਼ ਮੈਂ ਉੱਥੇ ਲਿਖੀ ਆ। ਤੇ ਠੀਕ, ਇਸ ਕਰਕੇ ਹੀ ਬੱਚਿਆਂ ਦੇ ਬੈਂਡ ਕਈਆਂ ਦੇ ਇਨਕਰੀਜ਼ ਹੋਏ ਆ, ਉਸ ਇਕੱਲੇ ਦੇ ਬੱਚੇ ਦੇ ਨਹੀਂ ਹੋਏ। ਟਾਸਕ 1 ਇਸ ਤਰੀਕੇ ਨਾਲ ਲਿਖਿਆ ਕਰੋ ਵੀ ਐਗਜ਼ਾਮੀਨਰ ਨੂੰ ਕੰਪਲੀਟ ਸਮਝ ਲੱਗ ਜੇ, ਤੇ ਕੁਛ ਐਕਟਿਵ ਪੈਸਿਵ ਦਾ ਵੀ ਧਿਆਨ ਰੱਖਿਆ ਕਰੋ, ਵੋਕੈਬ ਦਾ ਵੀ ਧਿਆਨ ਰੱਖਿਆ ਕਰੋ। ਹੁਣ ਇਹਦੇ ਵਿੱਚ ਜਮਾਂ ਸਿੰਪਲ ਤਰੀਕਾ ਯੂਜ਼ ਕੀਤਾ, ਕੋਈ ਮੈਪ ਜ਼ਿਆਦਾ ਉਵੇਂ ਨਹੀਂਗਾ, ਸਿੰਪਲ ਸੀ ਜਮਾਂ। ਠੀਕ ਆ, ਉਸ ਤੋਂ ਬਾਅਦ ਟਾਸਕ 2 ਦੀ ਗੱਲ ਕਰਾਂ ਮੈਂ। ਦੇਖੋ ਟਾਸਕ 2 ਦੇ ਵਿੱਚ ਉਹ ਬੱਚੇ ਨੂੰ ਪ੍ਰੋਬਲਮ ਸੋਲਿਊਸ਼ਨ ਦਾ ਐਸੇ ਆਇਆ ਸੀ, ਜਿਹੜਾ ਉਹਨੇ ਕਿਸ ਤਰੀਕੇ ਨਾਲ ਲਿਖਿਆ ਉਹ ਦੇਖੋ ਲਾਸਟ ਦੇ ਵਿੱਚ, ਵੀਡੀਓ ਦੇ ਐਂਡ ਦੇ ਵਿੱਚ ਰਾਈਟ ਸਾਈਡ ਤੇ ਜਿਹੜੀ ਵੀਡੀਓ ਆਊਗੀ ਉਹ ਉਹਨੂੰ ਐਸੇ ਆਇਆ ਸੀ, ਤੇ ਲੈਫਟ ਸਾਈਡ ਤੇ ਜਿਹੜੀ ਵੀਡੀਓ ਆਊਗੀ ਉਹਦੇ 'ਚ ਉਹਨੇ ਕਿਹੜੇ ਤਰੀਕੇ ਨਾਲ ਲਿਖਿਆ ਟਾਸਕ 2, ਉਹਦਾ ਸਟਰਕਚਰ ਕੀ ਸੀ, ਉਹ ਮੈਂ ਲੈਫਟ ਸਾਈਡ ਵਾਲੀ ਵੀਡੀਓ 'ਚ
ਤੁਸੀਂ ਉੱਥੇ ਜਾ ਕੇ ਉਹਨਾਂ ਦੋਨੋਂ ਵੀਡੀਓਜ਼ ਨੂੰ ਦੇਖ ਸਕਦੇ ਹੋ। ਸੋ ਇਨ ਦਾ ਲਾਸਟ, ਮੈਨੂੰ ਪਤਾ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੁਸੀਂ ਤਾਂ ਹੀ ਸਬਸਕ੍ਰਾਈਬ ਕਰਦੇ ਹੋ। ਜੇ ਤੁਹਾਨੂੰ ਲੱਗੀ ਹੈ ਤਾਂ ਜ਼ਰੂਰ ਕਰਿਓ ਅਤੇ ਕਮੈਂਟਾਂ ਦੇ ਵਿੱਚ ਦੱਸਿਓ ਜੇ ਤੁਸੀਂ ਹੋਰ ਕਿਸੇ ਟਾਈਪ ਦੇ ਐਸੇ ਬਾਰੇ ਮੈਂ ਸੈਂਪਲ ਲੈ ਕੇ ਆਵਾਂ। ਓਕੇ, ਸੋ ਚੈਨਲ ਨੂੰ ਲਾਈਕ, ਸਬਸਕ੍ਰਾਈਬ, ਸ਼ੇਅਰ ਕਰਨਾ ਨਾ ਭੁੱਲਿਓ। ਥੈਂਕ ਯੂ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ।